हाँ जी, इंटरनेशनल फाइनैंशियल रिपोर्टिंग स्टैंडर्ड ਜਿਹੜੇ ਆ ਇਹ ਸਾਰੀ ਕੰਪਨੀਆਂ ਨੂੰ ਇਹ ਮੈਂਡੇਟ ਕਰਦੇ ਆ ਕਿ ਉਹ ਸੇਮ ਰੂਲਸ ਸੇਮ ਸਟੈਂਡਰਡਸ ਨੂੰ ਫੋਲੋ ਕਰਕੇ ਆਪਣੀਆਂ ਫਾਈਨੈਂਸ਼ੀਅਲ ਸਟੇਟਮੈਂਟਸ ਨੂੰ ਤਿਆਰ ਕਰਨ ਤਾਂ ਕਿ ਜਿੰਨੀਆਂ ਵੀ ਫਾਈਨੈਂਸ਼ੀਅਲ ਸਟੇਟਮੈਂਟਸ ਫਾਰਮਸ ਬਣਾ ਰਹੀਆਂ ਨੇ, ਸੈਗਮੈਂਟਸ ਬਣਾ ਰਹੀਆਂ, ਨੇਸ਼ਨਸ ਬਣਾ ਰਹੀਆਂ, ਅਲੱਗ-ਅਲੱਗ ਕੰਟਰੀਜ਼ ਬਣਾ ਰਹੀਆਂ, ਉਹ ਸਾਰੀਆਂ ਸਟੇਟਮੈਂਟ ਇੱਕੋ ਜਿਹੇ ਰੂਲ ਰੈਗੂਲੇਸ਼ਨ ਨੂੰ ਬਣਾ ਕੇ ਤਿਆਰ ਕੀਤੀਆਂ ਜਾ ਸਕਣ ਤਾਂ ਕਿ ਉਹ ਸਟੇਟਮੈਂਟ ਜਿਹੜੀਆਂ ਕੰਪੈਰੇਬਲ ਹੋ ਸਕੀਏ, ਅਸੀਂ ਉਹਨਾਂ ਸਟੇਟਮੈਂਟਸ ਨੂੰ ਯੂਜ਼ ਕਰ ਸਕੀਏ। ਠੀਕ ਹੈ ਜੀ। ਸੋ ਇਹ ਜਿਹੜੀਆਂ ਸਟੇਟਮੈਂਟਸ ਹੋਣਗੀਆਂ ਉਹ ਇੱਕੋ ਤਰ੍ਹਾਂ ਦੇ ਮੈਥਡ ਦੇ ਨਾਲ ਸੇਮ ਸਟੈਂਡਰਡਸ ਨੂੰ ਫੋਲੋ ਕਰਕੇ ਤਿਆਰ ਕੀਤੀਆਂ ਜਾਣਗੀਆਂ। ਤਾਂ ਇਸ ਦਾ ਮਤਲਬ ਕਿ ਪੂਰੇ ਜਿਹੜਾ ਵਰਲਡ ਦੇ ਵਿੱਚ ਜਿੰਨੀ ਵੀ ਫਾਰਮਸ ਹੋਣਗੀਆਂ, ਕੰਪਨੀਜ਼ ਹੋਣਗੀਆਂ, ਉਹ ਸੇਮ ਰੂਲ ਰੈਗੂਲੇਸ਼ਨਸ ਦੇ ਨਾਲ ਆਪਣੀਆਂ ਸਟੇਟਮੈਂਟਸ ਨੂੰ ਤਿਆਰ ਕਰਨਗੀਆਂ। ਬੈਨੀਫਿਟਸ ਕੀ ਹੋਏਗਾ? ਇਨਵੈਸਟਰ ਜਿਹੜੇ ਆ ਉਹ ਇਹਨਾਂ ਫਾਈਨੈਂਸ਼ੀਅਲ ਸਟੇਟਮੈਂਟ 'ਤੇ ਟਰਸਟ ਕਰਨਗੇ, ਇਹਨਾਂ ਕੰਪਨੀਆਂ 'ਚ ਇਨਵੈਸਟ ਕਰਨਗੇ ਕਿਉਂਕਿ ਇਹ ਜਿਹੜੀਆਂ ਕੰਪਨੀ ਜ਼ਿਆਦਾ ਟਰਾਂਸਪੇਰੈਂਟ ਹੋਣਗੀਆਂ ਅਤੇ ਡਿਸਕਲੋਜ਼ਰ ਨੋਰਮਸ ਨੂੰ ਜਿਹੜੇ ਫੋਲੋ ਕਰਨਗੀਆਂ, ਯਾਨੀ ਕਿ ਇਹਦੇ ਵਿੱਚ ਉਹ ਸਾਰੇ ਰੂਲ ਰੈਗੂਲੇਸ਼ਨ ਫੋਲੋ ਕੀਤੇ ਜਾਣਗੇ ਜੋ ਇੰਟਰਨੈਸ਼ਨਲੀ ਅਕਾਊਂਟਿੰਗ ਸਟੈਂਡਰਡ ਬੋਰਡ ਨੇ ਪ੍ਰੀਪੇਅਰ ਕੀਤੇ ਹੋਣਗੇ। ਹੈ ਕਿ IASB, ਠੀਕ ਹੈ, ਇਹਦੇ ਵਿੱਚ ਉਹ ਸਾਰੇ ਰੂਲਸ ਐਂਡ ਰੈਗੂਲੇਸ਼ਨਸ ਨੇ ਜਿਹੜੀ ਹਰ ਇੱਕ ਫਰਮ ਨੇ ਫੋਲੋ ਕਰਨੇ ਹੁੰਦੇ ਨੇ। ਠੀਕ ਹੈ ਜੀ। ਅਤੇ ਅਸੀਂ ਇਹ ਯਕੀਨੀ ਬਣਾਉਂਦੇ ਹਾਂ ਕਿ ਜਿਹੜੀਆਂ ਫਾਈਨੈਂਸ਼ੀਅਲ ਸਟੇਟਮੈਂਟਸ ਹੋਣਗੀਆਂ ਉਹ ਕੰਸਿਸਟੈਂਟ ਹੋਣਗੀਆਂ। ਠੀਕ ਹੈ, ਬਾਕੀ ਫਰਮਸ ਦੇ ਨਾਲ ਜਿੰਨੀਆਂ ਵੀ ਵਰਲਡ ਵਾਈਡ ਸਾਡੇ ਕੋਲ ਫਰਮਸ ਨੇ। ਕੰਸਿਸਟੈਂਟ ਦਾ ਮਤਲਬ ਕਿ ਉਹ ਸੇਮ ਰੂਲ ਐਂਡ ਰੈਗੂਲੇਸ਼ਨ ਫੋਲੋ ਕਰਨਗੀਆਂ ਜੋ ਬਾਕੀ ਵੀ ਫਰਮ ਕਰਦੇ ਆ, ਜੋ ਬਾਕੀ ਕੰਪਨੀਜ਼ ਸਾਡੇ ਕੋਲ ਰੂਲ ਰੈਗੂਲੇਸ਼ਨ ਫੋਲੋ ਕਰ ਰਹੀਆਂ। ਇਹ ਰੂਲਸ ਜਿਹੜੇ ਆ ਇਹ ਡਿਟਰਮਿਨ ਕਰਦੇ ਆ ਕਿ ਇੱਕ ਕੰਪਨੀ ਜਿਹੜੀ ਆ ਉਹ ਆਪਣੀ ਟ੍ਰਾਂਜੈਕਸ਼ਨ ਨੂੰ ਕਿਵੇਂ ਰਿਕਾਰਡ ਕਰੇਗੀ, ਕਿਸ ਤਰ੍ਹਾਂ ਉਹਨਾਂ ਨੂੰ ਅਕਾਊਂਟਸ ਦੇ ਵਿੱਚ ਪ੍ਰੈਜੈਂਟ ਕਰੇਗੀ, ਕਿਸ ਅਕਾਊਂਟਿੰਗ ਸਟੈਂਡਰਡ ਦੇ ਥਰੂ ਅਸੀਂ ਕਿਸ ਆਈਟਮ ਨੂੰ ਸ਼ੋ ਕਰਾਂਗੇ। ਠੀਕ ਹੈ ਜੀ। ਇਹ ਕੋਸ਼ਿਸ਼ ਕਰਦੀ ਆ, ਇਹ ਯਕੀਨੀ ਬਣਾਉਂਦੀ ਹੈ ਕਿ ਜਿਹੜੇ ਅਕਾਊਂਟਸ ਆ ਉਹ ਟਰਾਂਸਪੇਰੈਂਟ ਹੋਣ। ਠੀਕ ਹੈ, ਉਹਨਾਂ ਵਿੱਚ ਹਰ ਇੱਕ ਚੀਜ਼ ਦੀ ਜਿਹੜੀ ਐਕਸਪਲੇਨੇਸ਼ਨ ਆ ਉਹ ਪ੍ਰੋਪਰ ਵੇ ਨਾਲ ਕੀਤੀ ਜਾਵੇ ਫਾਈਨੈਂਸ਼ੀਅਲ ਸਟੇਟਮੈਂਟ ਦੇ ਵਿੱਚ। ਠੀਕ ਹੈ, ਡਿਸਕਲੋਜ਼ਰ ਨੋਰਮਸ ਨੂੰ ਫੋਲੋ ਕਰਕੇ ਅਸੀਂ ਹਰ ਇੱਕ ਚੀਜ਼ ਨੂੰ ਫੁੱਲ ਡਿਸਕਲੋਜ਼ਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿ ਹਰ ਇੱਕ ਜਿਹੜੀ ਨਿੱਕੀ ਤੋਂ ਨਿੱਕੀ ਚੀਜ਼ ਆ, ਆਈਟਮ ਆ, ਟਰਮਸ ਆ, ਉਹਨਾਂ ਨੂੰ ਵੀ ਅਸੀਂ ਸ਼ੋ ਕਰ ਸਕੀਏ। ਇਹਦੇ ਇਸ ਤਰ੍ਹਾਂ ਅਗਰ ਇਹ ਟਰਾਂਸਪੇਰੈਂਟ ਹੋਏਗਾ ਤਾਂ ਅਕਾਊਂਟਿੰਗ ਸਟੇਟਮੈਂਟ ਦੀ ਕ੍ਰੈਡੀਬਿਲਿਟੀ ਵੀ ਵੱਧਦੀ ਆ, ਅਸੀਂ ਉਹਨਾਂ 'ਤੇ ਯਕੀਨ ਕਰਦੇ ਹਾਂ, ਜ਼ਿਆਦਾ ਤੋਂ ਜ਼ਿਆਦਾ ਲੋਕ ਉਹ 'ਤੇ ਟਰਸਟ ਕਰਦੇ ਆ, ਉਹਨਾਂ ਦੇ ਬੇਸਿਸ 'ਤੇ ਡਿਸੀਜ਼ਨਸ ਵੀ ਲੈਂਦੇ ਆ। ਠੀਕ ਹੈ ਜੀ। ਤਾਂ ਡਿਸੀਜ਼ਨ ਜਿਹੜੇ ਹੋ ਸਕਦੇ ਆ ਕਿ ਅਸੀਂ ਕੰਪਨੀ ਦੇ ਵਿੱਚ ਇਨਵੈਸਟਮੈਂਟ ਕਰੀਏ ਨਾ ਕਰੀਏ, ਅਸੀਂ ਕੰਪਨੀ ਦੇ ਪ੍ਰੋਡਕਟ ਨੂੰ ਬਾਏ ਕਰੀਏ ਜਾਂ ਨਾ ਕਰੀਏ। ਠੀਕ ਹੈ ਜੀ। ਇਹ ਸਾਰੇ ਡਿਸੀਜ਼ਨ ਜਿਹੜੇ ਆ ਐਕਸਟਰਨਲ ਇੰਟਰਨਲ ਯੂਜ਼ਰ ਜਿਹੜੇ ਆ ਇਹਨਾਂ ਸਟੇਟਮੈਂਟ ਦੇ ਬੇਸਿਸ 'ਤੇ ਲੈਂਦੇ ਆ। ਇਨਸ਼ੋਰ ਕੁਆਲਿਟੀ ਫॉर ਟ੍ਰੇਨਿੰਗ ਐਟ ਇੰਟਰਨੈਸ਼ਨਲ। ਸੋ IFRS ਜਿਹੜਾ ਵਾ ਅਗਰ ਅਸੀਂ ਇੰਟਰਨੈਸ਼ਨਲ ਲੈਵਲ 'ਤੇ ਕੋਈ ਟ੍ਰੇਨਿੰਗ ਕਰਦੇ ਹਾਂ, ਅਸੀਂ ਇਹਨਾਂ ਵਿੱਚੋਂ ਇੱਕ ਅਕਾਊਂਟਿੰਗ ਸੈੱਟ ਦੇ ਜਿਹੜੇ ਰੂਲਸ ਐਂਡ ਰੈਗੂਲੇਸ਼ਨ ਨੂੰ ਫੋਲੋ ਕਰਦੇ ਹਾਂ। ਤਾਂ ਜਿਹੜੀ ਟ੍ਰੇਨਿੰਗ ਹੋਏਗੀ ਇੰਟਰਨੈਸ਼ਨਲ ਲੈਵਲ ਦੀ ਉਹ ਸੁਪਰੀਮ ਕੁਆਲਿਟੀ ਦੀ ਹੋਏਗੀ, ਸੁਪਰ ਕੁਆਲਿਟੀ ਦੀ ਹੋਏਗੀ। ਇਸ ਦੇ ਨਾਲ ਜਿਹੜੀ ਇੰਟਰਨੈਸ਼ਨਲ ਕੈਪੀਟਲ ਆ ਉਹ ਫਰੀਲੀ ਫਲੋ